हार कियां कथा कहानियां गुरमीत सुनाया। हार कियां कथा कहानियां गुरमीत सुनाया। नाहु जति सती नहीं पढ़िया, मूर्ख मुग्धा जन्म थया। प्रणवत नानक तिनकी शरणा, जिन तू नाही विसरिया। परम सन्मानयोग दीनानाथ परम कृपालु जगत पतिका युग पुरुष अद्वितीय और अजीम सतगुरु पतित पावन भगत वत्सल वालिए कुल आलम सर्व सांझी वार्ता दे रहबर धन सतगुरु श्री गुरु ग्रंथ साहिब सच्चे पातशाह महाराज जी दी पावन और पवित्र गोद अंदर विराजमान होए बैठे गुरु रूप साध संगत खालसा जी, आप जी अज धनता दे योग हो जो सवेर के दीवान विच राम कली की वार राय बलवंत तथा सत्य डूम आखी दी विचार सरवण करन दे लई इकत्र होए हो। आप जी ने कल के दीवान अंदर इस वार की तीजी पौड़ी की विचार सरवण कीती सी। अज इस दीवान अंदर इस तो अगली पौड़ी होरियों गंग वहाई है। दुनियाई आखै के क्यों नानक ईश्वर जगन्नाथ उच्च हति वैन विर क्यों। इस पौड़ी की विचार करन दा यत्न करांगे। आओ सारे अपने मन के ख्यालों फुरनियां नूं बाहरी संसार को रोकते हुए इस शब्द विचार दे विच टिकाउण दा यत्न करो। अदब सहत सारे गुरफतेह प्रवान करो जी। वाहिगुरु जी का खालसा वाहिगुरु जी की फतेह। इस पौड़ी की आरंभता बाबा जी कर रहे ने होरियों गंग वहाइया दुनियाई आखै के क्यों। धन गुरु नानक साहिब सच्चे पातशाह जी ने एक गंगा वगाई है, एक नदी वहाई है, पर हजूर कहते ने वो नदी उल्टी चल रही है। गंगा के बारे तो प्रसिद्ध है कि गंगा हिमालय पर्वत तो निकलती है। इस पंक्ति के आखिरी अर्थ आप जी दे नाल सांझे करा।
ਹੋਰਿਓ ਦਰ ਤੇ ਹੋਰ ਪਾਸੇ ਤੋਂ। ਗੰਗ ਇੱਕ ਨਦੀ ਦਾ ਨਾਮ ਹੈ ਜਿਸ ਨੂੰ ਸਭ ਤੋਂ ਪਵਿੱਤਰ ਸਮਝਿਆ ਜਾਂਦਾ ਹੈ। ਵਹਾਈਆ ਦਾ ਅਰਥ ਹੈ ਵਹਾਉਣਾ ਜਾਂ ਨਦੀ ਨੂੰ ਵਗਾਉਣਾ। ਦੁਨਿਆਈ ਦਾ ਅਰਥ ਹੈ ਸੰਸਾਰੀ ਲੋਕ। ਇਹ ਦੁਨੀਆ ਆਖੈ ਕਿ ਕਿਉਂ ਇਹ ਦੁਨੀਆ ਆਖਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਕੀ ਕੀਤਾ ਹੈ। ਗੰਗਾ ਦੇ ਬਾਰੇ ਜਦੋਂ ਮਿੱਥ ਵਿੱਚ ਪੜ੍ਹਦੇ ਹਾਂ ਤੇ ਉਹ ਕਹਿੰਦੇ ਨੇ ਰਾਜਾ ਸਗਰ ਹੋਇਆ। ਰਾਜੇ ਸਗਰ ਨੇ ਬਹੁਤ ਸਾਰੇ ਯੱਗ ਕੀਤੇ ਸੀ। ਯੱਗ ਕਰਕੇ ਰਾਜੇ ਸਗਰ ਨੇ ਇੱਕ ਘੋੜਾ ਛੱਡਿਆ ਸੀ ਤੇ ਉਸ ਘੋੜੇ ਦਾ ਨਾਮ ਰੱਖਿਆ ਇਹ ਅਸ਼ਵਮੇਧ ਘੋੜਾ ਹੈ। ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਘੋੜੇ ਨੂੰ ਛੱਡਿਆ ਗਿਆ ਤੇ ਬਹੁਤ ਸਾਰੀ ਧਰਤੀ ਦੇ ਉੱਤੇ ਮਿੱਥ ਕਹਿੰਦੀ ਹੈ ਕਿ ਰਾਜੇ ਸਗਰ ਦਾ ਰਾਜ ਹੋ ਗਿਆ। ਪਰ ਦੇਵਤਿਆਂ ਦੇ ਰਾਜੇ ਇੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੰਘਾਸਨ ਡੋਲਣ ਲੱਗ ਪਿਆ ਕਿ ਜੇ ਰਾਜਾ ਸਗਰ ਧਰਤੀ ਦਾ ਮਾਲਕ ਬਣ ਗਿਆ ਤੇ ਇਸ ਨੇ ਤਾਂ ਮੇਰਾ ਰਾਜ ਵੀ ਖੋਹ ਲੈਣਾ। ਭਾਵੇਂ ਇਹ ਗੁਰਮਤਿ ਨਹੀਂ, ਇਹ ਇਤਿਹਾਸ ਨਹੀਂ ਹੈ, ਇਹ ਮਿਥਿਆਸ ਹੈ, ਇਹ ਕੇਵਲ ਮੰਨਿਆ ਹੋਇਆ ਇੱਕ ਰਵਾਇਤ ਹੈ। ਪਰ ਉਸ ਦੇ ਅਨੁਸਾਰ ਰਾਜੇ ਸਗਰ ਨੇ ਬਹੁਤ ਸਾਰੀ ਭੂਮੀ ਦੇ ਉੱਤੇ ਰਾਜ ਸਥਾਪਿਤ ਕਰ ਲਿਆ। ਰਾਜੇ ਇੰਦਰ ਨੂੰ ਚਿੰਤਾ ਹੋਈ, ਫਿਕਰ ਹੋਇਆ ਤੇ ਉਸਨੇ ਰਾਜੇ ਸਗਰ ਦਾ ਘੋੜਾ ਚੋਰੀ ਫੜ ਕੇ ਲੁਕ ਕੇ ਕਿਤੇ ਹੋਰ ਥਾਂ ਤੇ ਜਾ ਕੇ ਲੁਕਾ ਦਿੱਤਾ ਜਿਸ ਨੂੰ ਪਤਾਲ ਲੋਕ ਕਹਿੰਦੇ ਨੇ। ਉੱਥੇ ਕਪਿਲ ਰਿਸ਼ੀ ਤਪੱਸਿਆ ਕਰ ਰਿਹਾ ਸੀ ਤੇ ਰਾਜੇ ਸਗਰ ਦੇ 60,000 ਲੜਕੇ ਬੇਟੇ ਆਪਣੇ ਘੋੜੇ ਨੂੰ ਲੱਭਦੇ ਹੋਏ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਫਿਰ ਰਹੇ ਸਨ। ਜਦੋਂ ਪਤਾਲ ਵਿੱਚ ਪਹੁੰਚੇ ਤੇ ਸਾਹਮਣੇ ਕਪਿਲ ਰਿਸ਼ੀ ਬੈਠਾ ਹੋਇਆ ਸੀ। ਬੜੇ ਕ੍ਰੋਧ ਵਿੱਚ ਆਏ, ਗੁੱਸੇ ਵਿੱਚ ਆਏ ਕਿ ਹੈ ਤਾਂ ਇਹ ਤਪਸਵੀ, ਹੈ ਤਾਂ ਇਹ ਬ੍ਰਾਹਮਣ, ਹੈ ਤਾਂ ਇਹ ਰਿਸ਼ੀ, ਪਰ ਇਸਨੇ ਸਾਡਾ ਘੋੜਾ ਕਿਉਂ ਚੁਰਾਇਆ ਹੈ। ਗੁੱਸੇ ਦੇ ਵਿੱਚ ਆ ਕੇ ਆਪਣੇ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਢੀਆਂ, ਖੜਗਾਂ ਕੱਢੀਆਂ। ਕਿਸੇ ਨੇ ਹੱਥ ਦੇ ਵਿੱਚ ਨੇਜ਼ਾ ਫੜ ਲਿਆ, ਉਸ ਵੱਲ ਨੇਜ਼ਾ ਫੜ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਏ, ਸ਼ੋਰ ਮਚਾਉਣ ਲੱਗ ਪਏ ਤੇ ਕਿਸੇ ਨੇ ਆਪਣੇ ਕਮਾਨ ਨੂੰ ਤੀਰ ਨੂੰ ਸਿੱਧਾ ਕਰ ਲਿਆ। ਕਪਿਲ ਰਿਸ਼ੀ ਨੇ ਰਾਜੇ ਸਗਰ ਦੇ ਸਾਰੇ ਲੜਕਿਆਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਤੇ ਹਿੰਦੂ ਧਰਮ ਇਹ ਕਹਿੰਦਾ ਹੈ ਕਿ ਉਸ ਸਮੇਂ ਰਾਜੇ ਸਗਰ ਨੇ ਵੀ ਪੁਕਾਰ ਕੀਤੀ, ਬੜੀ ਭਗਤੀ ਕੀਤੀ ਤੇ ਕਈਆਂ ਦੇ ਕੋਲੋਂ ਆਪਣੇ ਪੁੱਤਰਾਂ ਦੀ ਮੁਕਤੀ ਦਾ ਕਾਰਨ ਵੀ ਪੁੱਛਿਆ ਕਿ ਜਿਹੜੇ ਮੇਰੇ ਪੁੱਤਰ ਕਪਿਲ ਰਿਸ਼ੀ ਨੇ ਮਾਰ ਦਿੱਤੇ ਨੇ ਉਹਨਾਂ ਦੀ ਮੁਕਤੀ ਕਿਵੇਂ ਹੋਵੇਗੀ। ਅੱਗੋਂ ਇਹ ਕਈਆਂ ਨੇ ਕਹਿ ਦਿੱਤਾ ਕਿ ਇਹਨਾਂ ਦੀ ਮੁਕਤੀ ਤਾਂ ਹੀ ਹੋ ਸਕਦੀ ਹੈ ਜੇ ਧਰਤੀ ਤੇ ਗੰਗਾ ਆਵੇ। ਤੇ ਗੰਗਾ ਤਾਂ ਕਿਹਾ ਜਾਂਦਾ ਹੈ ਕਿ ਬ੍ਰਹਮਾ ਦੇ ਕਮੰਡਲ ਦੇ ਵਿੱਚ ਹੈ। ਤੇ ਉਹ ਹਿੰਦੂ ਧਰਮ ਕਹਿੰਦਾ ਹੈ ਕਿ ਬ੍ਰਹਮਾ ਨੇ ਫਿਰ ਬਹੁਤ ਤਪੱਸਿਆ ਤੋਂ ਖੁਸ਼ ਹੋ ਕੇ ਭਗੀਰਥ ਤਪੱਸਿਆ ਕਰ ਰਿਹਾ ਸੀ। ਭਗੀਰਥ ਰਾਜੇ ਸਗਰ ਦੀ ਕੁਲ ਦੇ ਵਿੱਚੋਂ ਹੀ ਅੱਗੇ ਜਾ ਕੇ ਰਿਸ਼ੀ ਹੋਇਆ। ਉਸਨੇ ਬੜੀ ਕਠਿਨ ਤਪੱਸਿਆ ਕੀਤੀ, ਸਾਧਨਾ ਕੀਤੀ ਤੇ ਤਪੱਸਿਆ ਤੋਂ ਖੁਸ਼ ਹੋ ਕੇ ਬ੍ਰਹਮਾ ਨੇ ਧਰਤੀ ਤੇ ਜ਼ਮੀਨ ਤੇ ਉਸ ਕਮੰਡਲ ਨੂੰ ਟੇਢਾ ਕੀਤਾ ਤੇ ਉਹ ਪਾਣੀ ਬੜੇ ਵਹਾਅ ਦੇ ਨਾਲ, ਤੇਜ਼ੀ ਦੇ ਨਾਲ ਧਰਤੀ ਦੇ ਉੱਤੇ ਆਇਆ। ਤੇ ਉਹ ਸਭ ਤੋਂ ਪਹਿਲਾਂ ਜਾ ਕੇ ਹਿਮਾਲਿਆ ਪਰਬਤ ਦੇ ਉੱਤੇ ਪਾਣੀ ਪਿਆ। ਹਿਮਾਲਿਆ ਪਰਬਤ ਤੋਂ ਹੀ ਉਹ ਪਾਣੀ ਗੰਗਾ ਦਾ ਰੂਪ ਧਾਰਨ ਕਰਕੇ, ਨਦੀ ਦਾ ਰੂਪ ਧਾਰਨ ਕਰਕੇ ਵੱਖ-ਵੱਖ ਥਾਵਾਂ ਤੇ ਧਰਤੀ ਤੇ ਜਾ ਕੇ ਵਗਦਾ ਹੈ। ਤੇ ਲੋਕ ਇਸ ਨੂੰ ਕਹਿੰਦੇ ਨੇ ਗੰਗਾ ਸਿੱਧੀ ਵਗ ਰਹੀ ਹੈ, ਉੱਪਰੋਂ ਆਉਂਦੀ ਹੈ। ਪਰ ਇੱਥੇ ਬਾਬਾ ਜੀ ਨੇ ਸ਼ਬਦ ਵਰਤਿਆ ਹੋਰਿਓ ਗੰਗ ਵਹਾਈ ਹੈ। ਦੁਨਿਆਈ ਆਖਿਆ ਕਿ ਕਿਉਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਲਟੀ ਗੰਗਾ ਵਹਾ ਦਿੱਤੀ ਹੈ। ਤੇ ਜਿਹੜੀ ਇਹ ਗਾਥਾ ਮੈਂ ਸੁਣਾਈ ਹੈ, ਕਿਤੇ ਇਹ ਨਾ ਸਮਝ ਲੈਣਾ ਕਿ ਇਹ ਮਰਿਆਦਾ ਵੀ ਸਾਡੀ ਹੋਵੇਗੀ
ਜਾਂ ਇਹ ਗਾਥਾ ਵੀ ਗੁਰਬਾਣੀ ਦੇ ਅਨੁਸਾਰ ਹੋਵੇਗੀ, ਕੇਵਲ ਸਮਝਣ ਦੇ ਵਾਸਤੇ ਮੈਂ ਅਰਜ਼ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਲਟੀ ਗੰਗਾ ਵਹਾ ਦਿੱਤੀ ਹੈ। ਕਿਹੜੀ ਉਲਟੀ ਗੰਗਾ? ਕੀ ਕੋਈ ਮਹਾਰਾਜ ਨੇ ਨਦੀ ਦਾ ਰੁੱਖ ਮੋੜਿਆ? ਕੀ ਮਹਾਰਾਜ ਨੇ ਕੋਈ ਬੰਨਾ ਮੋੜ ਦਿੱਤਾ ਹੈ ਕਿ ਪਹਿਲਾਂ ਉਹ ਪੂਰਬ ਵਾਲੇ ਪਾਸੇ ਵਗਦੀ ਸੀ, ਹੁਣ ਉੱਤਰ ਵਾਲੇ ਪਾਸੇ ਵਗਣ ਲੱਗ ਪਈ? ਜਾਂ ਪਹਿਲਾਂ ਉਹ ਪੂਰਬ ਵਾਲੇ ਪਾਸੇ ਵਗਦੀ ਸੀ, ਹੁਣ ਦੱਖਣ ਵਾਲੇ ਪਾਸੇ ਵਗਣ ਲੱਗ ਪਈ? ਕੀ ਇਹ ਉਲਟੀ ਗੰਗਾ ਵਹਾਉਣਾ? ਨਹੀਂ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਸ਼ਾਗਿਰਦਾਂ ਦੀ ਤਰ੍ਹਾਂ, ਇੱਕ ਚੇਲੇ ਦੀ ਤਰ੍ਹਾਂ, ਇੱਕ ਸਿੱਖ ਦੀ ਤਰ੍ਹਾਂ, ਇੱਕ ਸਿੱਖਿਆਰਥੀ ਦੀ, ਇੱਕ ਸੇਵਕ ਦੀ ਤਰ੍ਹਾਂ ਮਹਾਰਾਜ ਜੀ ਦੀ ਸੇਵਾ ਕਰਦੇ ਸਨ। ਸੇਵਕ ਨੂੰ ਅੱਜ ਆਪਣੀ ਥਾਂ ਦੇ ਉੱਤੇ ਬਿਠਾ ਕੇ ਉਹਨਾਂ ਦੇ ਅੱਗੇ ਮੱਥਾ ਵੀ ਟੇਕਿਆ, ਨਮਸਕਾਰ ਵੀ ਕੀਤੀ ਤੇ ਫਿਰ ਪ੍ਰਕਰਮਾਂ ਵੀ ਕੀਤੀਆਂ ਤੇ ਹੱਥ ਜੋੜ ਕੇ ਕਹਿੰਦੇ ਨੇ ਅੱਜ ਤੋਂ ਬਾਅਦ ਮੇਰੀ ਥਾਂ ਦੇ ਉੱਤੇ ਤੁਸੀਂ ਬਿਰਾਜਮਾਨ ਹੋਵੋਗੇ, ਅਗਲੇ ਪਾਤਸ਼ਾਹ ਤੁਸੀਂ ਹੋ, ਤੁਹਾਨੂੰ ਸੰਗਤ ਸਾਰਾ ਸੰਸਾਰ ਸਤਿਗੁਰੂ ਆਖਿਆ ਕਰੇਗਾ, ਅੱਜ ਤੋਂ ਬਾਅਦ ਤੁਸੀਂ ਲਹਿਣਾ ਨਹੀਂ ਆਖੇ ਜਾਓਗੇ। ਜਦੋਂ ਵੀ ਕੋਈ ਤੁਹਾਡੇ ਨਾਮ ਨੂੰ ਪੁਕਾਰੇਗਾ ਅੰਗਦ ਆਖਿਆ ਕਰੇਗਾ। ਕਿਉਂ? ਕਿਉਂਕਿ ਤੁਸੀਂ ਮੇਰਾ ਹੀ ਹਿੱਸਾ ਹੋ, ਮੇਰਾ ਹੀ ਰੂਪ ਹੋ। ਅੰਗਦ ਦਾ ਅਰਥ ਹੈ ਮੇਰਾ ਅੰਗ, ਮੇਰੇ ਸਰੀਰ ਦਾ ਹਿੱਸਾ, ਮੇਰੇ ਸਰੀਰ ਦਾ ਭਾਗ, ਤੇ ਤੁਸੀਂ ਮੇਰਾ ਰੂਪ ਹੋ। ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਇੱਥੇ ਬਿਰਾਜਮਾਨ ਹੋਵੋਗੇ, ਛਤਰ ਦੇ ਮਾਲਕ ਹੋਵੋਗੇ। ਤੇ ਬਾਬਾ ਜੀ ਕਹਿੰਦੇ ਨੇ ਦੁਨੀਆ ਬੜੀ ਹੈਰਾਨ ਹੋ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਉਲਟੀ ਗੰਗਾ ਵਹਾ ਦਿੱਤੀ ਹੈ। ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਕਈ ਵਾਰ ਜਦੋਂ ਆਪਾਂ ਗੁਰਮਤ ਨੂੰ ਹੀ ਸਿੱਖਣ ਦੇ ਯਤਨ ਦੇ ਵਿੱਚ ਲੱਗ ਜਾਂਦੇ ਹਾਂ ਤੇ ਸਾਨੂੰ ਬਾਕੀ ਧਰਮਾਂ ਦੇ ਬਾਰੇ ਕਈ ਵਾਰ ਪਤਾ ਨਹੀਂ ਹੁੰਦਾ, ਤੇ ਜੇ ਦੂਜੇ ਧਰਮ ਦੇ ਬਾਰੇ ਪਤਾ ਨਾ ਹੋਵੇ ਤਾਂ ਕਈ ਵਾਰ ਆਪਣੇ ਧਰਮ ਦੇ ਸਿਧਾਂਤਾਂ ਦੀ ਸਿੱਖਿਆ ਦੀ ਵੀ ਕਦਰ ਨਹੀਂ ਪੈਂਦੀ। ਮੰਨ ਲਓ ਕੋਈ ਹੀਰਿਆਂ ਦਾ ਵਪਾਰੀ ਹੈ, ਉਸਦੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ, ਉਸਨੇ ਕਦੇ ਕੌਡੀਆਂ ਵੇਖੀਆਂ ਹੀ ਨਹੀਂ। ਜਿਹੜਾ ਅਮੀਰ ਮਨੁੱਖ ਕਿਸੇ ਅਮੀਰ ਦੇ ਘਰ ਦੇ ਵਿੱਚ ਪੈਦਾ ਹੋਇਆ ਹੈ, ਉਸਨੇ ਕਦੇ ਗਰੀਬੀ ਵੇਖੀ ਹੀ ਨਹੀਂ। ਜਿਹੜਾ ਮਨੁੱਖ ਧਰਮੀ ਹੈ, ਉਸ ਬੰਦੇ ਨੇ ਕਦੇ ਮਨਮੁਖਾਂ ਦੀ ਸੰਗਤ ਕੀਤੀ ਨਹੀਂ। ਇਸੇ ਤਰ੍ਹਾਂ ਅਮੀਰ ਬੰਦੇ ਨੂੰ ਗਰੀਬੀ ਦਾ ਬੋਧ ਨਹੀਂ ਹੈ, ਕੰਗਾਲਤਾ ਦੇ ਬਾਰੇ ਬਿਲਕੁਲ ਗਿਆਨ ਨਹੀਂ ਹੈ। ਉਸ ਦਾ ਸੁਭਾਅ ਹੈ ਖੁੱਲਾ ਖਾਣਾ, ਖੁੱਲਾ ਖਰਚਣਾ, ਖੁੱਲਾ ਰਹਿਣਾ, ਉਹਦੀ ਜ਼ਿੰਦਗੀ ਦਾ ਇਹ ਹਿੱਸਾ ਬਣ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਬਾਬਾ ਜੀ ਕਹਿ ਰਹੇ ਨੇ, ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਗੁਰਗੱਦੀ ਦੇ ਉੱਤੇ ਸੁਭਾਏਮਾਨ ਹੋਏ ਨੇ ਤੇ ਲੋਕ ਕਹਿ ਰਹੇ ਨੇ ਇਹ ਬੜੀ ਉਲਟੀ ਜੀ ਗੰਗਾ ਵਗ ਗਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਥਾਂ ਤੇ ਬਿਠਾਇਆ ਹੈ। ਕਿਹੜਾ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਹੋਵੇਗਾ, ਅਵਤਾਰ ਹੋਵੇਗਾ, ਪੈਗੰਬਰ ਹੋਵੇਗਾ? ਇਹ ਤਾਂ ਬੜੀ ਦੂਰ ਦੀ ਗੱਲ ਹੈ। ਕੋਈ ਨਕਲੀ ਗੁਰੂ ਵੀ, ਕੱਚਾ ਗੁਰੂ ਵੀ ਆਪਣੀ ਥਾਂ ਕਿਸੇ ਚੇਲੇ ਨੂੰ ਦਿੰਦਾ ਨਹੀਂ ਹੈ। ਜਿੰਨਾ ਚਿਰ ਤੱਕ ਉਹ ਮਰੇ ਨਾ, ਉਹਨਾਂ ਚਿਰ ਤੱਕ ਉਹਦੀ ਥਾਂ ਕੋਈ ਲੈਂਦਾ ਹੀ ਨਹੀਂ, ਬੈਠਣ ਹੀ ਨਹੀਂ ਦਿੰਦਾ। ਥਾਂ ਲੈਣ ਦੇ ਵਾਸਤੇ, ਗੱਦੀ ਪ੍ਰਾਪਤ ਕਰਨ ਦੇ ਵਾਸਤੇ ਤਾਂ ਉਸਨੇ ਚੇਲੇ ਰੱਖੇ ਹੋਏ ਸੀ, ਉਸਨੇ ਪਖੰਡ ਰਚਿਆ ਹੋਇਆ ਸੀ, ਤੇ ਉਹ ਆਪਣੀ ਥਾਂ ਨੂੰ ਕਿਉਂ ਛੱਡੇਗਾ? ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਦਰ ਲੋਭ ਨਹੀਂ ਹੈ, ਕੋਈ ਲਾਲਚ ਨਹੀਂ ਹੈ। ਇਹ ਗੁਰਗੱਦੀ ਤਾਂ ਇੱਕ ਜ਼ਿੰਮੇਵਾਰੀ ਹੈ। ਇਹ ਕੋਈ ਐਸ਼ ਪ੍ਰਸਤੀ ਦਾ ਸਥਾਨ ਨਹੀਂ, ਇਹ ਕੋਈ ਮੌਜਾਂ ਮਾਣਨ ਦੇ ਵਾਸਤੇ ਅਹੁਦਾ ਨਹੀਂ। ਇਹ ਤਾਂ ਇੱਕ ਬੜੀ ਮਹਾਨ ਜ਼ਿੰਮੇਵਾਰੀ ਹੈ ਜਿਸ ਨੂੰ ਇਹ ਜ਼ਿੰਮੇਵਾਰੀ ਮਿਲਣੀ ਹੈ। ਉਸਨੇ ਆਪਣਾ ਜੀਵਨ ਛੱਡ ਕੇ ਦੂਜਿਆਂ ਦੇ ਵਾਸਤੇ ਜੀਵਨ ਬਤੀਤ ਕਰਨਾ ਹੈ। ਤੇ ਇਸੇ ਕਰਕੇ ਬਾਬਾ ਜੀ ਨੇ ਉਲਟੀ ਗੰਗਾ ਦੇ ਨਾਲ ਇਹ ਤਸ਼ਬੀਹ ਦਿੱਤੀ ਹੈ। ਅਗਲਾ ਸ਼ਬਦ ਬਾਬਾ ਜੀ ਉਚਾਰਨ ਕਰਦੇ ਨੇ, ਨਾਨਕ ਈਸ਼ਰ ਜਗਨਾਥ ਉਹ ਚਾਹਦੀ ਵੈਨ ਵਿਰ ਕਿਓਰ।
ਨਾਨਕ ਤੇ ਰੁਕਾਂਗੇ। ਇਸ ਦਾ ਅਰਥ ਹੈ ਹੇ ਨਾਨਕ ਈਸ਼ਰ ਜਗਨਾਥ। ਈਸ਼ਰ ਦਾ ਅਰਥ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਾਲਕ ਜੀ ਜਗਨਾਥ, ਜੋ ਜਗ ਦੇ ਨਾਥ ਨੇ। ਆਮ ਤੌਰ ਤੇ ਜਗਨਨਾਥ ਇੱਕ ਮੰਦਰ ਦਾ ਨਾਮ ਹੈ। ਪੁਰੀ ਇੱਕ ਸ਼ਹਿਰ ਹੈ, ਪੁਰੀ ਇੱਕ ਇਲਾਕਾ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਏ ਨੇ। ਉੱਥੇ ਇੱਕ ਮੰਦਰ ਹੈ ਤੇ ਮੰਦਰ ਦਾ ਨਾਮ ਜਗਨਨਾਥ ਹੈ। ਜਗਨਨਾਥ ਮੰਦਰ ਦੇ ਬਾਰੇ ਇਹ ਪ੍ਰਸਿੱਧ ਹੈ ਕਿ ਇੱਥੇ ਵਿਸ਼ਨੂੰ ਦੀ ਮੂਰਤੀ ਬਣੀ ਹੋਈ ਹੈ ਤੇ ਵਿਸ਼ਨੂੰ ਦੀ ਮੂਰਤੀ ਦੇ ਨਾਮ ਦੇ ਉੱਤੇ ਉਸ ਮੰਦਰ ਦਾ ਨਾਮ ਜਗਨਨਾਥ ਪੈ ਗਿਆ। ਕਿਉਂ? ਕਿਉਂਕਿ ਵਿਸ਼ਨੂੰ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੂਰੇ ਸੰਸਾਰ ਨੂੰ ਪਾਲਣ ਦੇ ਵਾਲਾ ਹੈ। ਇਹ ਭੋਜਨ, ਇਹ ਰਿਜ਼ਕ ਦੇਣ ਵਾਲਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਰੂਹਾਨੀਅਤ ਦੀ ਸਾਰੇ ਸੰਸਾਰ ਨੂੰ ਖੁਰਾਕ ਬਖਸ਼ਿਸ਼ ਕਰਦੇ ਨੇ, ਅਸਲ ਨਾਥ ਤਾਂ ਗੁਰੂ ਨਾਨਕ ਸਾਹਿਬ ਨੇ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਵਿਰਪਿਓਲ। ਉੱਚ ਹੱਦੀ ਦਾ ਅਰਥ ਹੈ ਹੱਦ ਤੋਂ ਵੀ ਉੱਚਾ, ਉੱਚ ਹੱਦੀ। ਵੈਣ ਦਾ ਅਰਥ ਹੈ ਬੋਲ, ਸ਼ਬਦ। ਵਿਰਪਿਓਲ ਦਾ ਅਰਥ ਹੈ ਬੋਲਣਾ, ਕਹਿਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੱਦ ਤੋਂ ਉੱਚਾ, ਸੀਮਾ ਤੋਂ ਪਰੇ ਬੋਲ ਉਚਾਰਨ ਕੀਤਾ ਹੈ, ਸ਼ਬਦ ਉਚਾਰਨ ਕੀਤਾ ਹੈ। ਉਹ ਸ਼ਬਦ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹਦੇ ਹੋ ਤੇ ਜਿਨ੍ਹਾਂ ਨੇ ਇਹ ਤਰਤੀਬ ਬਣਾਈ ਹੈ ਜਾਂ ਚੰਗੀ ਤਰ੍ਹਾਂ ਸ਼ਬਦਾਂ ਦੇ ਬਾਰੇ ਗਿਣਤੀ ਕੀਤੀ ਹੈ, ਉਹ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 974 ਸ਼ਬਦ ਨੇ। ਇਹ ਸ਼ਬਦਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੰਦਰ ਹੈ, ਜੀਵਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਮਾਈ ਹੈ ਜੋ ਕਿ ਪਰਮਾਤਮਾ ਦੇ ਵੱਲੋਂ, ਖੁਦਾ ਦੇ ਵੱਲੋਂ ਬੋਲ ਨਾਜ਼ਲ ਹੋਏ, ਉਤਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਆਪ ਉਹਨਾਂ ਨੂੰ ਇੱਕ ਪੋਥੀ ਦੇ ਵਿੱਚ, ਗ੍ਰੰਥ ਦੇ ਵਿੱਚ ਦਰਜ ਕੀਤਾ। ਬਾਅਦ ਦੇ ਵਿੱਚ ਉਹੀ ਪੋਥੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸੌਂਪ ਦਿੱਤੀ, ਭੇਟਾ ਕਰ ਦਿੱਤੀ। ਇੱਕ ਮਹਿਲ ਜੋ ਸ਼ਬਦ ਹੁਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ। ਇਹ ਜਨਮ ਸਾਖੀ ਦੇ ਬੋਲ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜੋ ਸ਼ਬਦ ਪ੍ਰਾਪਤ ਹੋਇਆ, ਉਹ ਸ਼ਬਦ, ਉਹ ਪੋਥੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਅੱਗੇ ਸੌਂਪ ਦਿੱਤੀ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਵਿਰਪਿਓਰ। ਕਿੰਨਾ ਕੁ ਉੱਚਾ ਇਹ ਸ਼ਬਦ ਹੈ, ਕਿੰਨੇ ਕੁ ਉੱਚੇ ਇਹ ਬੋਲ ਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ। ਆਪ ਜੀ ਬਹੁਤ ਸਾਰੇ ਗ੍ਰੰਥਾਂ ਨੂੰ ਲਾਗੇ ਲਿਆ ਕੇ ਰੱਖ ਲਵੋ। ਜਦੋਂ ਉਹਨਾਂ ਬੋਲਾਂ ਨੂੰ ਆਪ ਜੀ ਪੜ੍ਹੋਗੇ ਤੇ ਕਿਸੇ ਦੇ ਬੋਲ ਦੇ ਵਿੱਚ ਆਪਣੀ ਉਸਤਤ ਹੋਵੇਗੀ। ਜਿਵੇਂ ਕਿ ਆਪਾਂ ਸ਼ਾਮ ਦੇ ਵਕਤ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਹਾਂ ਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਪੰਚਮ ਗੁਰਦੇਵ ਜੀ ਦਾ ਇਤਿਹਾਸ ਚੱਲ ਰਿਹਾ ਹੈ ਤੇ ਜਿਹੜੇ ਹਾਜ਼ਰੀ ਭਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਲਾਹੌਰ ਦੇ 4 ਭਗਤ ਆਏ ਸਨ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਉਹਨਾਂ ਨੇ ਆਪਣੀ ਹੀ ਵਡਿਆਈ ਕੀਤੀ ਸੀ। ਕਾਨੇ ਨੇ ਕਿਹਾ ਸੀ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਸ ਗਾਵੇ, ਖੋਜ ਦੇਖੋ ਮਤ ਕੋਈ ਰੇ। ਮੈਂ ਉਹੀ ਹਾਂ। ਕੌਣ ਆ? ਕਹਿਣ ਲੱਗਾ ਕਿ ਜਿਸ ਨੂੰ ਵੇਦ ਵੀ ਗਾਉਂਦੇ ਨੇ, ਜਿਸ ਨੂੰ ਸ਼ਾਸਤਰ ਵੀ ਗਾਉਂਦੇ ਨੇ। ਭਾਵ ਕਿ ਮੇਰੀ ਉਸਤਤ ਤਾਂ ਗ੍ਰੰਥਾਂ ਦੇ ਵਿੱਚ ਵੀ ਲਿਖੀ ਹੋਈ ਹੈ। ਇੰਨਾ ਅੰਕਾਰ। ਤੇ ਮਹਾਰਾਜ ਜੀ ਨੇ ਕਿਹਾ ਸੀ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ, ਕਿ ਵੇਦਾਂ ਦੇ ਵਿੱਚ ਸਭ ਤੋਂ ਉੱਤਮ ਜੇ ਕੋਈ ਵਸਤੂ ਹੈ, ਚੀਜ਼ ਹੈ, ਜੋ ਪਰਮਾਤਮਾ ਦਾ ਨਾਮ ਹੈ। ਤੇ ਭਗਤ ਕਾਨਾ ਕਹਿਣ ਲੱਗਾ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਸ ਗਾਵੇ। ਮੇਰਾ ਜਸ ਤਾਂ, ਮੇਰੀ ਵਡਿਆਈ ਤਾਂ ਵੇਦ ਵੀ ਗਾਉਂਦੇ ਨੇ। ਫਿਰ ਪੀਲੂ ਨੂੰ ਸਮਾਂ ਮਿਲਿਆ ਕਿ ਤੁਸੀਂ ਵੀ ਆਪਣੀ ਰਚਨਾ ਕਹੋ। ਭਗਤ ਪੀਲੂ ਕਹਿਣ ਲੱਗਾ, ਆਸਾ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ ਨਾ ਆਲੂਦ ਭਏ। ਬੜੀ ਹੀਨ ਭਾਵਨਾ, ਬੜੀ ਢੈਂਦੀ ਕਲਾ। ਸੰਸਾਰ ਤੋਂ ਇਵੇਂ ਲੱਗਦਾ ਜਿਵੇਂ ਬਹੁਤ ਜ਼ਿਆਦਾ ਨਿਰਾਸ਼ ਹੋਵੇ, ਉਦਾਸ ਹੋਵੇ, ਤਿਆਗੀ ਹੋਵੇ।
ਘਰ-ਬਾਰ ਛੱਡਣ ਦਾ ਚਾਹਵਾਨ ਹੋਵੇ, ਇਸ ਜਨਮ ਤੋਂ ਆਤੁਰ ਹੋਵੇ, ਦੁਖੀ ਹੋਵੇ, ਕਹਿਣ ਲੱਗਾ ਮੇਰੇ ਨਾਲੋਂ ਉਹੀ ਚੰਗੇ ਨੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਗਰਭ ਦੇ ਵਿੱਚ ਹੀ ਆਪਣੇ ਪ੍ਰਾਣਾਂ ਨੂੰ ਤਿਆਗ ਦਿੱਤਾ। ਇਸ ਧਰਤੀ ਤੇ ਜ਼ਮੀਨ ਤੇ ਜਨਮ ਲਿਆ ਹੀ ਨਹੀਂ, ਪੈਰ ਰੱਖਿਆ ਹੀ ਨਹੀਂ, ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ। ਕਹਿੰਦਾ ਦੁਨੀਆ ਇਹ ਪਰਮਾਤਮਾ ਦਾ ਰੂਪ ਨਹੀਂ, ਇਹ ਤਾਂ ਇੱਕ ਚਿੱਕੜ ਦੀ ਤਰ੍ਹਾਂ ਹੈ, ਇੱਕ ਗਾਰਾ ਹੈ, ਇੱਕ ਗੰਦਗੀ ਹੈ, ਚਿੱਕੜ ਪੈਰ ਨਾ ਬੋੜਿਆ। ਚੰਗਾ ਹੋਇਆ ਉਹਨਾਂ ਨੇ ਆਪਣੇ ਪੈਰ ਨੂੰ ਇਸ ਗੰਦਗੀ ਦੇ ਵਿੱਚ ਡੋਬਿਆ ਨਹੀਂ ਹੈ, ਨਾ ਆਲੂਦ ਭਏ, ਤੇ ਜੇ ਇਸ ਸੰਸਾਰ ਦੇ ਵਿੱਚ ਆ ਜਾਂਦੇ ਗੰਦੇ ਹੋ ਜਾਣਾ ਸੀ, ਚਿੱਕੜ ਦੇ ਨਾਲ ਲਿਬੜ ਜਾਣਾ ਸੀ। ਤੇ ਮੈਂ ਤਾਂ ਇਹੀ ਕਹਾਂਗਾ ਚੰਗਾ ਹੋਇਆ ਉਹ ਗੰਦਗੀ ਦੇ ਨਾਲ ਭਰੇ ਨਹੀਂ। ਫਿਰ ਛੱਜੂ ਤੇ ਸ਼ਾਹ ਹੁਸੈਨ ਨੂੰ ਵੀ ਸਮਾਂ ਮਿਲਿਆ, ਉਹਨਾਂ ਨੇ ਵੀ ਵਿਅਰਥੀ ਗੱਲਾਂ ਕੀਤੀਆਂ। ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਇਹਨਾਂ ਭਗਤਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਤੇ ਬਾਬਾ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਇੰਨੇ ਉੱਚੇ ਨੇ, ਇੰਨੇ ਮਹਾਨ ਨੇ ਕਿ ਹੱਦ ਵੀ ਖਤਮ ਹੋ ਜਾਂਦੀ ਹੈ। ਕਵੀ ਜਦੋਂ ਕੋਈ ਕਾਵ ਰਚਨਾ ਕਰਦਾ ਹੈ, ਕੋਈ ਨਾ ਕੋਈ ਕਮੀ ਤਾਂ ਰਹਿ ਜਾਂਦੀ ਹੈ ਕਿ ਕਾਵ ਮਾਤਰਾਵਾਂ ਦੇ ਵਿੱਚ ਉਹ ਕਵਿਤਾ ਪੂਰੀ ਹੋਵੇਗੀ ਤੇ ਉਸ ਕਵਿਤਾ ਦੇ ਵਿੱਚ ਕੋਈ ਸਿਧਾਂਤ ਨਹੀਂ ਠੀਕ ਹੋਵੇਗਾ, ਵਿਚਾਰਧਾਰਾ ਦੇ ਪੱਖੋਂ ਉਹ ਕਵਿਤਾ ਖਾਲੀ ਹੋਵੇਗੀ, ਉਸ ਦੇ ਵਿੱਚ ਕਮੀ ਹੋਵੇਗੀ, ਘਾਟ ਹੋਵੇਗੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪ ਜੀ ਸ਼ਬਦ ਪੜ੍ਹ ਕੇ ਵੇਖੋ, ਜੋ ਵਰਤਮਾਨ ਦੇ ਉੱਤੇ ਸ਼ਬਦ ਢੁੱਕਦੇ ਨੇ ਉਹ ਭੂਤ ਕਾਲ ਦੇ ਵਿੱਚ ਵੀ ਢੁੱਕਦੇ ਨੇ। ਜੋ ਸ਼ਬਦ ਅੱਜ ਸਿੱਖਿਆ ਦੇ ਰਹੇ ਨੇ, ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਸ਼ਬਦ ਸਾਡੀ ਅਗਵਾਈ ਕਰਨਗੇ। ਇਹ ਨਹੀਂ ਹੈ ਕਿ ਗੁਰਬਾਣੀ ਕੇਵਲ ਵਰਤਮਾਨ ਦੇ ਵਿੱਚ ਅਗਵਾਈ ਕਰਦੀ ਹੈ। ਫਿਰ ਕੀ ਹੋਇਆ ਜੇ ਸਾਇੰਸ ਨੇ ਤਰੱਕੀ ਕਰ ਲਈ, ਵਿਕਾਸ ਕਰ ਲਿਆ, ਪਰ ਸੱਚ ਜਾਣਿਓ ਅੰਦਰੂਨੀ ਤੌਰ ਤੇ, ਰੂਹਾਨੀਅਤ ਤੌਰ ਤੇ ਸਾਇੰਸ ਤਰੱਕੀ ਨਹੀਂ ਕਰਦੀ। ਸਾਇੰਸ ਤਰੱਕੀ ਕਰਦੀ ਹੈ ਪਦਾਰਥ ਦੇ ਤਲ ਤੇ, ਸਾਇੰਸ ਤਰੱਕੀ ਕਰਦੀ ਹੈ ਤੱਤ ਦੇ ਆਧਾਰ ਤੇ, ਉਹ ਰੂਹਾਨੀਅਤ ਦੇ ਤਲ ਤੇ, ਧਾਰਮਿਕ ਤਲ ਤੇ ਕਦੇ ਤਰੱਕੀ ਨਹੀਂ ਕਰਦੀ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲ ਬਹੁਤ ਜ਼ਿਆਦਾ ਉੱਚੇ ਨੇ। ਕਿੰਨੇ ਉੱਚੇ? ਹੱਦ ਤੋਂ ਪਰੇ, ਸੀਮਾ ਤੋਂ ਪਰੇ। ਤੇ ਉਹਨਾਂ ਬੋਲਾਂ ਦੇ ਨਾਲ ਕੀ ਹੋਇਆ? ਉਹ ਬੋਲ ਦੇ ਨਾਲ ਆਪਾਂ ਕੀ ਪ੍ਰਾਪਤ ਕਰੀਏ? ਮਹਾਰਾਜ ਜੀ ਕਹਿੰਦੇ ਨੇ ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜ ਕਿਉ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਇਹ ਬੋਲ ਉਚਾਰਨ ਕੀਤੇ, ਹਜ਼ੂਰ ਨੇ ਉਹਨਾਂ ਸ਼ਬਦਾਂ ਨੂੰ ਇੱਕ ਚਾਟੇ ਦੀ ਤਰ੍ਹਾਂ ਬਣਾ ਲਿਆ। ਮਾਧਾਣਾ ਪਰਬਤ ਕਰ, ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਕਿਹਾ ਜਾਂਦਾ ਇੱਕ ਸਮੁੰਦਰ ਹੈ ਤੇ ਉਸ ਨੂੰ ਖੀਰ ਸਮੁੰਦਰ ਆਖਿਆ ਜਾਂਦਾ ਹੈ ਕਿ ਇਹ ਸਮੁੰਦਰ ਦੁੱਧ ਦਾ ਭਰਿਆ ਹੋਇਆ। ਵੱਖਰੇ ਵੱਖਰੇ ਉਹਨਾਂ ਦੇ ਖਿਆਲ ਨੇ ਕਿ 7 ਸਮੁੰਦਰ ਨੇ, ਇੱਕ ਸਮੁੰਦਰ ਬਹੁਤ ਖਾਰਾ ਹੈ, ਇੱਕ ਸਮੁੰਦਰ ਦੁੱਧ ਦਾ ਹੈ, ਇੱਕ ਸਮੁੰਦਰ ਸ਼ਹਿਦ ਦੇ ਨਾਲ ਭਰਿਆ ਹੋਇਆ, ਤੇ ਇੱਕ ਸਮੁੰਦਰ ਦੇ ਬਾਰੇ ਕਹਿੰਦੇ ਨੇ ਉਸ ਸਮੁੰਦਰ ਦਾ ਪਾਣੀ ਬਹੁਤ ਹੀ ਕੌੜਾ ਹੈ। ਪਰ ਇੱਕ ਸਮੁੰਦਰ ਹੈ ਖੀਰ ਸਮੁੰਦਰ। ਖੀਰ ਦਾ ਅਰਥ ਹੁੰਦਾ ਦੁੱਧ ਦੇ ਨਾਲ ਭਰਿਆ ਹੋਇਆ ਸਮੁੰਦਰ। ਉਸ ਸਮੁੰਦਰ ਨੂੰ ਦੇਵਤਿਆਂ ਨੇ ਤੇ ਦੈਂਤਾਂ ਨੇ ਮਿਲ ਕੇ ਰਿੜਕਿਆ ਸੀ। ਇੰਨਾ ਵੱਡਾ ਸਮੁੰਦਰ ਹੈ ਤੇ ਜੇ ਛੋਟੀ ਜੀ ਮਧਾਣੀ ਹੋਵੇ ਸਮੁੰਦਰ ਨੂੰ ਕਿਵੇਂ ਰਿੜਕਿਆ ਜਾਵੇ? ਦੇਵਤਿਆਂ ਨੇ ਸੋਚਿਆ ਸੀ ਕਿ ਕੋਈ ਵੱਡਾ ਪਰਬਤ ਚਾਹੀਦਾ, ਤੇ ਵੱਡਾ ਪਰਬਤ ਤਾਂ ਫਿਰ ਸੁਮੇਰ ਪਰਬਤ ਹੀ ਹੈ। ਸੁਮੇਰ ਪਰਬਤ ਨੂੰ ਉਹਨਾਂ ਨੇ ਰਿੜਕਣ ਦੇ ਵਾਸਤੇ ਲਿਆਂਦਾ ਹੈ। ਤੇ ਜੇ ਇੰਨਾ ਵੱਡਾ ਪਰਬਤ ਹੋਵੇ, ਪਹਾੜ ਹੋਵੇ, ਤੇ ਨੇਤਰਾ ਕਿਸ ਦਾ ਪਾਇਆ ਜਾਏ? ਰੱਸੀ ਕਿਸ ਨੂੰ ਬਣਾਇਆ ਜਾਏ? ਕਹਿਣਗੇ ਵਾਸੁਕੀ ਨਾਗ ਨੂੰ ਲੈ ਕੇ ਆਓ, ਜਿਹੜਾ ਨਾਗਾਂ ਦਾ ਸੱਪਾਂ ਦਾ ਰਾਜਾ। ਉਸ ਨਾਗ ਨੂੰ ਬੁਲਾਇਆ ਗਿਆ ਤੇ ਪਰਬਤ ਦੀ ਮਧਾਣੀ ਬਣਾਈ ਗਈ ਤੇ ਵਾਸੁਕੀ ਨਾਗ ਦੀ ਰੱਸੀ ਨੇਤਰਾ ਬਣਾਇਆ ਗਿਆ। ਸਮੁੰਦਰ ਨੂੰ ਰਿੜਕਣ ਲੱਗ ਪਏ।
ਇੱਕ ਕੋਨੇ ਦੇ ਵੱਲ ਦੇਵਤੇ ਖਲੋਤੇ ਹੋਏ ਨੇ, ਦੂਜੇ ਕੋਨੇ ਵੱਲ ਦੈਂਤ ਖਲੋਤੇ ਹੋਏ ਨੇ। ਇਹਨਾਂ ਨੇ ਜ਼ੋਰ ਦੇ ਨਾਲ ਪਰਬਤ ਨੂੰ ਘੁਮਾਇਆ ਹੈ ਤੇ ਘੁਮਾਉਣ ਦੇ ਨਾਲ ਸਮੁੰਦਰ ਰਿੜਕਿਆ ਗਿਆ ਤੇ ਕਹਿਣ ਲੱਗੇ ਇਸ ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਸਨ। 14 ਰਤਨਾਂ ਦੇ ਬਾਰੇ ਹਿੰਦੂ ਧਰਮ ਕਹਿੰਦਾ ਹੈ ਕਿ ਇਸ ਦੇ ਵਿੱਚੋਂ ਇੱਕ ਚੰਦਰਮਾ ਨਿਕਲਿਆ ਸੀ, ਇਸ ਦੇ ਵਿੱਚੋਂ ਜ਼ਹਿਰ ਵੀ ਨਿਕਲਿਆ ਸੀ ਜਿਸ ਨੂੰ ਕਾਲਕੂਟ ਕਹਿੰਦੇ ਨੇ। ਇਸੇ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ ਸੀ, ਇਸ ਦੇ ਵਿੱਚੋਂ ਲక్ష్ਮੀ ਨਿਕਲੀ ਸੀ। ਇੱਕ ਘੋੜਾ ਨਿਕਲਿਆ ਸੀ ਜਿਸ ਦੇ 7 ਕੰਨ ਆਖਿਆ ਜਾਂਦਾ ਤੇ 7 ਮੂੰਹਾਂ ਵਾਲਾ ਉਹ ਘੋੜਾ ਉਸ ਸਮੁੰਦਰ ਦੇ ਵਿੱਚੋਂ ਨਿਕਲਿਆ ਸੀ। ਇੱਕ ਧਨੰਤਰ ਵੈਦ ਬਹੁਤ ਸਿਆਣਾ ਤੇ ਅੰਮ੍ਰਿਤ ਬਾਣੀ ਦੇ ਵਿੱਚ ਜ਼ਿਕਰ ਵੀ ਆਇਆ। ਜਦੋਂ ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪਤਾਰ ਸਿਖਰ ਸੁਨਾਗਰ ਨਦੀ ਕੇ ਨਾਥਨ ਕਰਮ ਕਰ ਖਾਰ ਮਫੀਟ ਸਰੀ। ਉਹ ਕਹਿੰਦੇ ਨੇ ਕਿ ਆਪਣੇ ਕਰਮਾਂ ਦਾ ਕਰਕੇ ਸਮੁੰਦਰ ਅੱਜ ਤੱਕ ਖਾਰਾ ਹੈ, ਭਾਵੇਂ ਲੋਕ ਮੰਨਦੇ ਨੇ ਕਿ 14 ਰਤਨ ਇਸ ਸਮੁੰਦਰ ਦੇ ਵਿੱਚੋਂ ਨਿਕਲੇ ਨੇ। ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਦੱਸਣ ਦੇ ਵਾਸਤੇ ਇਹ ਸ਼ਬਦ ਕਹਿੰਦੇ ਨੇ, ਜਾਂ ਬਾਬਾ ਬਲਵੰਤ ਜੀ ਸਾਨੂੰ ਦੱਸਣ ਦੇ ਵਾਸਤੇ ਕਹਿ ਰਹੇ ਨੇ ਕਿ ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਸੀ, ਜਾਂ ਇਸ ਵਿਚਾਰਧਾਰਾ ਦੇ ਉੱਤੇ ਸਾਡੀ ਸ਼ਰਧਾ ਬਣਾ ਰਹੇ ਨੇ ਕਿ ਮੈਂ ਵੀ ਮੰਨਦਾ, ਤੁਸੀਂ ਵੀ ਮੰਨ ਲਵੋ, ਸਵੀਕਾਰ ਕਰ ਲਵੋ? ਨਹੀਂ, ਇਹ ਤਾਂ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਉਹ ਹਿੰਦੂ ਧਰਮ ਦੇ ਵੀਰ ਮੰਨਦੇ ਨੇ, ਲੋਕ ਮੰਨਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਸਮੁੰਦਰ ਰਿੜਕਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਮਧਾਣੀ ਬਣਾਈ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਨੇਤਰਾ ਬਣਾਇਆ, ਰੱਸੀ ਬਣਾਈ ਹੈ। ਪਰ ਉਹ ਸਮੁੰਦਰ ਕੀ ਹੈ, ਉਹ ਰੇੜਕਾ ਕੀ ਹੈ, ਉਹ ਨੇਤਰਾ ਕੀ ਹੈ, ਇਸ ਬਾਰੇ ਵੀ ਚੰਗੀ ਤਰ੍ਹਾਂ ਸਮਝ ਲਵੋ। ਗੁਰਮਤ ਦੀ ਇੱਕ ਵਿਲੱਖਣਤਾ ਹੈ। ਗੁਰਮਤ ਦੂਜੇ ਧਰਮਾਂ ਦੇ ਨਾਲੋਂ ਵੱਖਰੀ ਉਦਾਹਰਨ ਪੇਸ਼ ਕਰਦੀ ਹੈ, ਇੱਕ ਮਿਸਾਲ ਪੇਸ਼ ਕਰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਧਾਣਾ ਪਰਬਤ ਕਰ, ਮਾਧਾਣਾ ਕਿਸ ਨੂੰ ਬਣਾਇਆ ਹੈ? ਇਸ ਸੁਰਤ ਨੂੰ, ਇਸ ਧਿਆਨ ਨੂੰ, ਇਸ ਬਿਰਤੀ ਨੂੰ, ਨੇਤਰ ਬਾਸ਼ਕ ਤੇ ਜਿਹੜਾ ਇਹ ਮਨ ਵੱਖ-ਵੱਖ ਥਾਵਾਂ ਦੇ ਉੱਤੇ ਭਟਕਦਾ ਹੈ, ਕਦੇ ਇੱਧਰ ਜਾਂਦਾ ਹੈ, ਕਦੇ ਉੱਧਰ ਜਾਂਦਾ ਹੈ, ਸੱਪ ਦੀ ਤਰ੍ਹਾਂ ਵੱਲ ਖਾਂਦਾ ਰਹਿੰਦਾ ਹੈ। ਮਹਾਰਾਜ ਜੀ ਨੇ ਇਸ ਭਟਕਦੇ ਹੋਏ ਮਨ ਨੂੰ ਨੇਤਰਾ ਬਣਾ ਦਿੱਤਾ ਹੈ, ਰੱਸੀ ਬਣਾ ਦਿੱਤਾ ਹੈ। ਆਪ ਜੀ ਬਜ਼ੁਰਗ ਹੋ, ਸਿਆਣੇ ਹੋ, ਆਪ ਜੀ ਨੂੰ ਪਤਾ ਹੈ ਕਿ ਮਧਾਣੀ ਨੂੰ ਰਿੜਕਣ ਦੇ ਸਮੇਂ ਉਸ ਦੇ ਆਲੇ ਦੁਆਲੇ ਰੱਸੀ ਵੀ ਪਾਈ ਜਾਂਦੀ ਸੀ ਤੇ ਰੱਸੀ ਨੂੰ ਫਿਰ ਖਿੱਚਿਆ ਜਾਂਦਾ ਸੀ। ਖਿੱਚਣ ਦੇ ਨਾਲ ਉਹ ਮਧਾਣੀ ਘੁੰਮਦੀ ਸੀ ਤੇ ਘੁੰਮਣ ਦੇ ਨਾਲ ਉਸ ਦੇ ਵਿੱਚੋਂ ਮੱਖਣ ਨਿਕਲਦਾ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਉਹ ਦਹੀਂ ਬਣਾਇਆ ਹੈ ਤੇ ਹਜ਼ੂਰ ਨੇ ਉਸ ਦਹੀਂ ਦੇ ਵਿੱਚ ਇਸ ਸੁਰਤ ਨੂੰ ਮਧਾਣੀ ਦੀ ਤਰ੍ਹਾਂ ਬਣਾ ਦਿੱਤਾ ਹੈ। ਤੇ ਜਿਹੜਾ ਰੱਸੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਨ ਨੂੰ ਬਣਾਇਆ ਹੈ। ਮਾਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕਿਓਨ, ਸ਼ਬਦ ਨੂੰ ਰਿੜਕਣਾ ਆਰੰਭ ਕੀਤਾ ਹੈ। 14 ਰਤਨ ਨਿਕਾਲਿਅਨ ਕਰ ਆਵਾ ਗਾਉਣ ਚਿਲਕਿਓਨ। ਹਿੰਦੂ ਧਰਮ ਨੇ ਤਾਂ 14 ਰਤਨ ਕੱਢੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਨੇਕਾਂ ਹੀ ਰਤਨ ਇਸ ਬਾਣੀ ਦੇ ਵਿੱਚੋਂ ਕੱਢੇ ਨੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ 3 ਹੱਥ ਚੜਿਆ ਰਾਮ। ਮਹਾਰਾਜ ਜੀ ਕਹਿੰਦੇ ਨੇ ਇਹ ਨਾਮ, ਇਹ ਬਾਣੀ ਵੀ ਰਤਨ ਦੀ ਤਰ੍ਹਾਂ ਹੈ। ਇਹ ਬਾਣੀ ਕਿਸੇ ਰਤਨ ਤੋਂ ਘੱਟ ਨਹੀਂ ਹੈ। ਰਤਨ ਤਾਂ ਇੱਕ ਪਦਾਰਥ ਹੈ, ਰਤਨ ਤਾਂ ਇੱਕ ਪੱਥਰ ਹੈ, ਪਰ ਇਹ ਗੁਰਬਾਣੀ ਸਦਾ ਦੇ ਵਾਸਤੇ ਹਾਜ਼ਰ ਤੇ ਨਾਜ਼ਰ ਹੈ। ਇਹ ਜੀਵਨ ਪਲਟ ਦੇਣ ਵਾਲੀ ਹੈ। 14 ਰਤਨ ਨਿਕਾਲਿਅਨ ਕਰ ਆਵਾ ਗਾਉਣ। ਆਵਾ ਗਾਉਣ ਦਾ ਅਰਥ ਆਪ ਜੀ ਸਮਝ ਲਵੋ। ਆਵਾ ਦਾ ਅਰਥ ਹੈ ਦੁਨੀਆ ਦੇ ਵਿੱਚ ਆਉਣਾ, ਜਨਮ ਧਾਰਨ ਕਰਨਾ, ਸਰੀਰ ਧਾਰਨ ਕਰਨਾ। ਗਾਉਣ ਦਾ ਅਰਥ ਹੁੰਦਾ ਜਾਣਾ। ਆਪਣੇ ਸਰੀਰ ਨੂੰ ਤਿਆਗ ਕੇ, ਛੱਡ ਕੇ, ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਲੈ ਕੇ ਚਲੇ ਜਾਣਾ, ਇਸ ਨੂੰ ਆਖਿਆ ਜਾਂਦਾ ਆਵਾ ਗਾਉਣ। ਜਾਂ ਸੌਖੀ ਤਰ੍ਹਾਂ ਸਮਝ ਲਈਏ
ਆਵਾਗਾਉਣ ਦਾ ਅਰਥ ਹੈ ਜਨਮ ਮਰਨ। ਕਰ ਆਵਾਗਾਉਣ ਚਿਲਕਿਓਨ ਦਾ ਅਰਥ ਹੈ ਲਿਸ਼ਕਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਵਾਗਮਨ ਲਿਸ਼ਕਾ ਦਿੱਤਾ ਹੈ, ਉਜਲਾ ਕਰ ਦਿੱਤਾ ਹੈ। ਇਸ ਦਾ ਮਤਲਬ ਕੀ ਹੈ? ਇਸ ਦਾ ਅਰਥ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ, ਰਤਨਾਂ ਦਾ ਮਾਲਕ ਬਣਾ ਦਿੱਤਾ ਹੈ, ਜਿਸ ਕਰਕੇ ਇਹ ਆਵਾਗਮਨ ਵੀ ਬੰਧਨ ਨਹੀਂ ਰਿਹਾ। ਇਹ ਆਵਾਗਮਨ ਵੀ ਕੋਈ ਗੁਲਾਮੀ ਨਹੀਂ ਰਹੀ। ਕੁਦਰਤ ਐ ਵੇਖਾਲੀਅਨ ਜਿਨ ਐਵਡ ਪਿੰਡ ਠਿਣ ਕਿਓਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਰਾਮਾਤ, ਇਹ ਤਾਕਤ ਸਾਨੂੰ ਵਿਖਾ ਦਿੱਤੀ ਹੈ। ਜਿਣ ਦਾ ਅਰਥ ਹੈ ਜਿੱਤ ਕੇ। ਕਿਸ ਨੂੰ ਜਿੱਤਿਆ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਮਨ ਨੂੰ ਜਿੱਤਿਆ ਹੈ। ਐਵਡ ਪਿੰਡ, ਐਵਡ ਦਾ ਅਰਥ ਬਹੁਤ ਉੱਚਾ, ਪਿੰਡ ਦਾ ਅਰਥ ਹੈ ਸਰੀਰ। ਜੋ ਬ੍ਰਹਮੰਡੇ ਸੋਈ ਪਿੰਡੇ, ਪਿੰਡ ਦਾ ਅਰਥ ਸਰੀਰ ਹੈ। ਠਿਣ ਕਿਉਂ ਦਾ ਅਰਥ ਹੈ ਟਿਣਕਾਉਣਾ। ਜਦੋਂ ਆਪਾਂ ਪੁਰਾਣੇ ਸਮੇਂ ਦੇ ਅੰਦਰ ਮਿੱਟੀ ਦੇ ਬਰਤਨ ਖਰੀਦਦੇ ਸਾਂ ਤੇ ਕਈ ਵਾਰ ਆਪਾਂ ਘੁਮਿਆਰ ਦੀ ਦੁਕਾਨ ਤੇ ਜਾਣਾ ਤੇ ਦੁਕਾਨ ਤੇ ਜਾ ਕੇ ਹੱਥ ਦੇ ਵਿੱਚ ਬਰਤਨ ਫੜ ਕੇ ਚੰਗੀ ਤਰ੍ਹਾਂ ਆਲੇ ਦੁਆਲੇ ਵੇਖਣਾ, ਥੱਲਿਓਂ ਵੀ ਵੇਖਣਾ ਕਿ ਕਿਤੇ ਤੇੜ ਨਾ ਆਈ ਹੋਵੇ, ਕਿਤੇ ਬਰਤਨੇ ਭਾਂਡਾ ਤਿੜਕਿਆ ਨਾ ਹੋਵੇ। ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਫਿਰ ਆਪਾਂ ਹੱਥ ਦੇ ਵਿੱਚ ਫੜ ਕੇ ਉਸ ਨੂੰ ਟਿਣਕਾਉਣਾ, ਟਿਣਕਾ ਕੇ ਵੇਖਣਾ ਕਿਤੇ ਕੱਚਾ ਨਾ ਹੋਵੇ। ਜੇ ਕੱਚਾ ਨਾ ਵੀ ਹੋਇਆ ਕਿਤੇ ਪਿੱਲਾ ਨਾ ਹੋਵੇ। ਕੀ ਪਤਾ ਚੰਗੀ ਤਰ੍ਹਾਂ ਇਹ ਪੱਕਾ ਜਾਂ ਨਹੀਂ ਪੱਕਾ, ਸੇਕ ਲੱਗਾ ਜਾਂ ਨਹੀਂ ਲੱਗਾ। ਟਿਣਕਾ ਕੇ ਵੇਖਣਾ ਕਿ ਇਹ ਬਰਤਨ ਘਰ ਲੈਣ ਦੇ ਵਾਸਤੇ ਵੀ ਠੀਕ ਹੈ ਜਾਂ ਨਹੀਂ। ਜੇ ਠੀਕ ਨਾ ਹੋਵੇ ਉੱਥੇ ਘੁਮਾਰ ਨੂੰ ਫੜਾ ਕੇ ਪੈਸੇ ਵਾਪਸ ਲੈ ਆਉਣੇ, ਦੂਜੀ ਦੁਕਾਨ ਤੇ ਚਲਾ ਜਾਣਾ ਕਿ ਤੇਰਾ ਬਰਤਨ ਠੀਕ ਨਹੀਂ ਹੈ। ਜਦੋਂ ਮੈਨੂੰ ਲੱਗੇਗਾ ਕਿ ਤੂੰ ਬਰਤਨ ਠੀਕ ਬਣਾਉਣਾ ਫਿਰ ਦੁਬਾਰਾ ਆ ਜਾਵਾਂਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਘੁਮਿਆਰ ਦੀ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਰੀਰ ਰੂਪੀ ਭਾਂਡੇ ਨੂੰ ਚੰਗੀ ਤਰ੍ਹਾਂ ਟਣਕਾਇਆ ਹੈ। ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਹੈ ਕਿ ਇਸ ਸਰੀਰ ਦੇ ਵਿੱਚ ਵੀ ਕੋਈ ਚੀਜ਼ ਹੈ ਜਾਂ ਨਹੀਂ ਹੈ, ਜਾਂ ਇਕੱਲਾ ਸਰੀਰ ਹੀ ਹੈ, ਤਨ ਹੀ ਹੈ। ਦੁਨੀਆ ਦੇ ਵਿੱਚ ਤਾਂ ਬਾਕੀ ਸਾਰਿਆਂ ਦੇ ਤਨ ਹੀ ਘੁੰਮ ਰਹੇ ਨੇ, ਕਦੇ ਇੱਧਰੋਂ ਸੁਣੀ ਜਾ ਰਹੇ ਨੇ, ਕਦੇ ਦੂਜੇ ਪਾਸਿਓਂ ਮਨ ਦੇ ਵਿੱਚੋਂ ਖਿਆਲ ਕੱਢੀ ਜਾ ਰਹੇ ਨੇ ਬੋਲ ਕੇ। ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਜੀਵਨ ਦੀ ਕੋਈ ਸਮਝ ਨਹੀਂ, ਕਿਉਂ ਆਏ ਹਾਂ, ਕੀ ਕਰਨਾ ਹੈ, ਕਿੱਥੇ ਜਾਣਾ ਹੈ। ਕੇਵਲ ਮਨ ਦੇ ਵਿੱਚ ਇਹੀ ਖਿਆਲ ਹੈ ਕਿ ਇਹ ਜ਼ਿੰਦਗੀ ਮਿਲੀ ਹੈ, ਸੰਸਾਰ ਦੇ ਵਿੱਚ ਹੀ ਮੌਜ ਮਾਣਨੀ ਹੈ, ਆਨੰਦ ਮਾਣਨਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਰੀਰ ਦੇ ਵਿੱਚ ਵੇਖ ਰਹੇ ਨੇ ਕਿੰਨਾ ਕਿ ਪੱਕਾ ਹੈ, ਕਿਤੇ ਇਹ ਕੱਚਾ ਤਾਂ ਨਹੀਂ। 7 ਸਾਲ ਇਸ ਨੇ ਸੰਗਤ ਕੀਤੀ ਹੈ ਕਿ ਚੰਗੀ ਤਰ੍ਹਾਂ ਪਰਪੱਕ ਹੋ ਗਿਆ। ਜਦੋਂ ਪਤਾ ਲੱਗਾ ਹਾਂ ਪੱਕਾ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਮਨ ਨੂੰ ਜਿੱਤਿਆ ਹੈ। ਗੁਰੂ ਦਰ ਦੇ ਉੱਤੇ ਪ੍ਰਵਾਨ ਹੋਏ। ਪਹਿਲਾਂ ਪੰਕਤੀ ਦੇ ਵਿੱਚ ਗੱਲ ਚੱਲੀ ਸੀ ਕਿ ਸ਼ਬਦ ਨੂੰ ਹਜ਼ੂਰ ਨੇ ਸੁਰਤ ਦੇ ਨਾਲ ਤੇ ਮਨ ਦਾ ਨੇਤਰਾ ਬਣਾ ਕੇ ਰਿੜਕਿਆ ਹੈ। ਮੈਂ ਥੋੜਾ ਜਿਹਾ ਰੁਕ ਕੇ ਇੱਥੇ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵੱਲ ਆਵਾਂਗਾ ਕਿ ਉਹਨਾਂ ਨੇ ਸ਼ਬਦ ਦੀ ਕਮਾਈ ਕਰਕੇ ਕਿਵੇਂ ਇਹ ਛਤਰ ਤੇ ਕਿਵੇਂ ਗੁਰਗੱਦੀ ਪ੍ਰਾਪਤ ਕੀਤੀ ਹੈ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਸ਼ਬਦ ਨੂੰ ਰਿੜਕਣ ਦੇ ਬਾਰੇ ਬਹੁਤ ਸਾਰੇ ਸ਼ਬਦ ਆਉਂਦੇ ਨੇ। ਸ਼ਲੋਕਾਂ ਦੇ ਵਿੱਚ 2 ਸ਼ਲੋਕ ਜੋ ਮੈਂ ਪੜ੍ਹੇ ਨੇ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮਾਇਆ ਡੋਲਨੀ ਪਵਨ ਝਕੋਲਨ ਹਾਰ, ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ। ਡੋਲਨੀ ਦਾ ਅਰਥ ਹੈ ਮਧਾਣੀ। ਇਹ ਜੋ ਮਾਇਆ ਹੈ ਇਹ ਮਧਾਣੀ ਦੀ ਤਰ੍ਹਾਂ ਹੈ। ਪਵਨ ਝਕੋਲਨ ਹਾਰ, ਤੇ ਜੋ ਇਹ ਪਵਨ ਹੈ, ਜੋ ਇਹ ਸਵਾਸ ਹੈ, ਖਿਮਾ ਕਰਨਾ। ਕਬੀਰ ਮਾਇਆ ਡੋਲਣੀ, ਡੋਲਣੀ ਦਾ ਅਰਥ ਇੱਥੇ ਚਾਟੀ ਹੈ। ਜਿਸ ਚਾਟੀ ਦੇ ਵਿੱਚ ਆਪਾਂ ਦਹੀਂ ਪਾਉਂਦੇ ਆ ਤੇ ਦਹੀਂ ਪਾ ਕੇ ਬਾਅਦ ਦੇ ਵਿੱਚ ਉਸ ਨੂੰ
ਰਿੜਕਿਆ ਜਾਂਦਾ ਹੈ। ਕਬੀਰ ਮਾਇਆ ਡੁੱਲਣੀ, ਇਹ ਮਾਇਆ ਚਾਟੀ ਦੀ ਤਰ੍ਹਾਂ ਹੈ, ਤੇ ਜੋ ਇਹ ਸਵਾਸ ਨੇ, ਸਵਾਸਾਂ ਨੂੰ ਆਪਾਂ ਮਧਾਣੀ ਬਣਾ ਕੇ ਆਪਾਂ ਰਿੜਕਦੇ ਹਾਂ। ਕਬੀਰ ਮਾਇਆ ਡੁੱਲਣੀ ਪਵਨ ਚ ਘੋਲਨਹਾਰ, ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ। ਸੰਤ ਜਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ। ਉਹਨਾਂ ਨੇ ਵੀ ਦਹੀਂ ਰਿੜਕਿਆ ਹੈ, ਪਰ ਦਹੀਂ ਰਿੜਕ ਕੇ ਉਹਨਾਂ ਨੂੰ ਮੱਖਣ ਦੀ ਪ੍ਰਾਪਤੀ ਹੋ ਗਈ ਹੈ। ਦੁਨੀਆਦਾਰ ਲੋਕਾਂ ਨੂੰ ਇਸ ਵਿਧੀ ਦੇ ਬਾਰੇ, ਢੰਗ ਦੇ ਬਾਰੇ, ਤਰੀਕੇ ਦੇ ਬਾਰੇ ਪਤਾ ਹੀ ਨਹੀਂ ਲੱਗਾ ਕਿ ਕਿਸ ਦਹੀਂ ਨੂੰ ਰਿੜਕਣਾ ਹੈ, ਕਿਹੜੀ ਚਾਟੀ ਹੈ, ਕਿਹੜੀ ਮਧਾਣੀ ਹੈ। ਬਾਬਾ ਕਬੀਰ ਸਾਹਿਬ ਦੀ ਦੂਜਾ ਸ਼ਲੋਕ ਫਿਰ ਉਚਾਰਨ ਕਰਕੇ ਕਹਿੰਦੇ ਨੇ, ਕਬੀਰ ਮਾਇਆ ਡੁੱਲਣੀ ਪਵਨ ਵਹਿ ਹਿਵ ਧਾਰ, ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨਹਾਰ। ਕਬੀਰ ਮਾਇਆ ਡੋਲਨੀ ਪਵਨ ਵਹਿ ਹਿਵ ਧਾਰ। ਇਹ ਮਾਇਆ ਚਾਟੀ ਦੀ ਤਰ੍ਹਾਂ ਹੈ, ਤੇ ਜੋ ਇਹ ਸਵਾਸ ਨੇ ਠੰਡੇ ਠੰਡੇ ਚੱਲ ਰਹੇ। ਪਹਿਲਾਂ ਸਵਾਸਾਂ ਦੇ ਵਿੱਚ ਬੜੀ ਤਪਸ਼ ਸੀ, ਵਿਕਾਰਾਂ ਦੀ ਬੜੀ ਗਰਮੀ ਸੀ, ਪਰ ਹੁਣ ਜਦੋਂ ਸਵਾਸ ਚੱਲਦੇ ਨੇ ਅੰਦਰ ਨੂੰ ਚੈਨ ਆਉਂਦਾ ਹੈ, ਸ਼ਾਂਤੀ ਆਉਂਦੀ ਹੈ। ਪਵਨ ਵਹਿ ਹਿਵ ਧਾਰ, ਹਿਵ ਦਾ ਅਰਥ ਹੁੰਦਾ ਵੈਸੇ ਬਰਫ਼, ਬਰਫ਼ ਦੀ ਤਰ੍ਹਾਂ ਇਹ ਠੰਡੇ ਠੰਡੇ ਸਵਾਸ ਚੱਲ ਰਹੇ। ਜਿਨ ਬਿਲੋਇਆ ਤਿਨ ਖਾਇਆ, ਜਿਨ੍ਹਾਂ ਨੇ ਇਸ ਦਹੀਂ ਨੂੰ ਰਿੜਕਿਆ ਹੈ ਉਹਨਾਂ ਨੇ ਇਹ ਮੱਖਣ ਨੂੰ ਖਾ ਲਿਆ ਹੈ। ਅਵਰ ਬਿਲੋਵਨਹਾਰ, ਨਹੀਂ ਤਾਂ ਦੁਨੀਆਦਾਰ ਮਨੁੱਖ ਤਾਂ ਰਿੜਕਣ ਦੇ ਵਿੱਚ ਹੀ ਲੱਗੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੱਖਣ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤੇ ਬਾਬਾ ਕਬੀਰ ਸਾਹਿਬ ਦੇ ਕੋਲੋਂ ਪੁੱਛ ਲਈਏ ਕਿ ਬਾਬਾ ਜੀ ਪਤਾ ਤੇ ਸਾਨੂੰ ਵੀ ਨਹੀਂ ਆ, ਆਪਾਂ ਵੀ ਦੁਨੀਆਦਾਰ ਲੋਕ ਆ, ਮਾਇਆ ਦੇ ਵਿੱਚ ਖੱਜਤਾਂ ਭੁੱਲੇ ਹੋਏ ਹਾਂ, ਧਰਮ ਦੇ ਬਾਰੇ ਸੋਝੀ ਨਹੀਂ ਹੈ, ਵਿਕਾਰਾਂ ਦੇ ਉੱਤੇ ਕਾਬੂ ਪਾਉਣਾ ਸਾਨੂੰ ਵੀ ਨਹੀਂ ਆਉਂਦਾ। ਕਿਰਪਾ ਕਰਕੇ ਸਾਨੂੰ ਵੀ ਸੋਝੀ ਬਖਸ਼ ਦਿਓ, ਤਰੀਕਾ ਦੱਸ ਦਿਓ ਕਿ ਆਪਾਂ ਸ਼ਬਦ ਦੇ ਵਿੱਚ ਮਧਾਣੀ ਪਾ ਕੇ ਸ਼ਬਦ ਨੂੰ ਰਿੜਕਣਾ ਕਿਵੇਂ ਹੈ। ਤੇ ਬਾਬਾ ਕਬੀਰ ਸਾਹਿਬ ਜੀ ਇੱਕ ਹੋਰ ਪੂਰਾ ਸ਼ਬਦ ਉਚਾਰਨ ਕਰਦੇ ਨੇ। ਉਸ ਸ਼ਬਦ ਦੀ ਆਰੰਭਤਾ ਹੈ, ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ੍ਹ ਬ੍ਰਾਹਮੇ ਜਨਮ ਗਵਾਇਆ। ਜੇ ਤੁਸੀਂ ਇਹ ਕਹੋ ਕਿ ਆਪਣੀ ਮਰਜ਼ੀ ਦੇ ਨਾਲ, ਆਪਣੀ ਮਤ ਦੇ ਨਾਲ ਆਪਾਂ ਕੁਝ ਕਰ ਸਕਦੇ ਹਾਂ, ਤੇ ਬਾਬਾ ਜੀ ਕਹਿੰਦੇ ਨੇ ਬ੍ਰਹਮਾ ਦੇ 4 ਪੁੱਤਰ ਨੇ, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ। ਇਹਨਾਂ ਨੇ ਆਪਣੇ ਪਿਤਾ ਬ੍ਰਹਮਾ ਜੀ ਦੇ ਵੇਦਾਂ ਨੂੰ ਪੜ੍ਹਿਆ, ਗ੍ਰੰਥਾਂ ਨੂੰ ਘੋਖਿਆ, ਪੜਤਾਲਿਆ, ਪਰ ਪਰਮਾਤਮਾ ਦਾ ਨਾ ਅੰਤ ਪਾਇਆ ਤੇ ਨਾ ਇਹ ਜੀਵਨ ਦੀ ਸਮਝ ਆਈ, ਸੋਝੀ ਆਈ। ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਇਹਨਾਂ ਦਾ ਜੀਵਨ ਸਵਰਨ ਦੀ ਗੱਲ ਤਾਂ ਦੂਰ ਹੈ। ਇਹਨਾਂ ਦੇ ਪਿਤਾ ਜੀ ਬ੍ਰਹਮਾ ਨੇ, ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ ਹੈ, ਉਹਨਾਂ ਨੇ ਆਪ ਵੀ ਕੁਝ ਪ੍ਰਾਪਤ ਨਹੀਂ ਕੀਤਾ। ਉਹਨਾਂ ਨੇ ਵੀ ਆਪਣਾ ਜਨਮ ਵਿਅਰਥ ਹੀ ਗਵਾ ਦਿੱਤਾ ਹੈ। ਤੇ ਫਿਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਤੁਹਾਨੂੰ ਜੀਵਨ ਦੀ ਅਸਲੀਅਤ ਦੱਸ ਰਿਹਾ ਹਾਂ, ਸੱਚਾਈ ਦੱਸ ਰਿਹਾ ਹਾਂ। ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜੇ ਤੁਸੀਂ ਕਿਸੇ ਨੂੰ ਰਿੜਕਣਾ ਹੈ, ਰੇੜਕਾ ਪਾਉਣਾ ਹੈ, ਤੇ ਹਰੀ ਦੇ ਨਾਮ ਦੇ ਵਿੱਚ ਰੇੜਕਾ ਪਾਓ। ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ, ਹੇ ਮੇਰੇ ਭਾਈ, ਹੇ ਮੇਰੇ ਸੱਜਣ, ਹੇ ਮੇਰੇ ਭਰਾ, ਹੇ ਮੇਰੇ ਸਖੇ, ਇਸ ਤਰ੍ਹਾਂ ਦਾ ਰਿੜਕਣਾ ਤੂੰ ਸਿੱਖ ਲਾ। ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤੇ ਫਿਰ ਅੱਗੋਂ ਜਗਿਆਸੂ ਨੇ ਇਹ ਵੀ ਸਵਾਲ ਕੀਤਾ ਕਿ ਬਾਬਾ ਜੀ, ਜੇ ਮੈਂ ਕਈ ਸਾਲ ਦੇ ਤੱਕ ਇਸੇ ਤਰ੍ਹਾਂ ਰਿੜਕਦਾ ਰਿਹਾ ਤੇ ਜੇ ਮੇਰੀ ਘਾਲਣਾ ਵਿਅਰਥ ਗਈ, ਫਿਰ ਮੈਂ ਕਿਸ ਪਾਸੇ ਵੱਲ ਜਾਵਾਂਗਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਤੇਰਾ ਸਮਾਂ ਵਿਅਰਥ ਨਹੀਂ ਹੋਵੇਗਾ, ਤੂੰ ਮੇਰੇ ਕੋਲੋਂ ਇਹ ਵੀ ਤਰੀਕਾ ਸੁਣ ਲਾ। ਜਦੋਂ ਵੀ ਤੂੰ ਰਿੜਕਣਾ ਆਰੰਭ ਕਰੇ ਤਾਂ ਸਹਿਜ ਅਵਸਥਾ ਦੇ ਵਿੱਚ ਰਿੜਕੀ, ਤੇਰਾ ਮਨ ਖਿੰਡਿਆ ਨਾ ਹੋਵੇ। ਸਹਿਜ ਅਵਸਥਾ ਦੇ ਵਿੱਚ ਟਿਕ ਕੇ ਇਕਾਗਰ ਚਿੱਤ ਹੋ ਕੇ ਸ਼ਬਦ ਦਾ ਧਿਆਨ ਧਰੀ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਇਸ ਤਰ੍ਹਾਂ ਤੇਰਾ ਤਤ ਨਹੀਂ ਜਾਵੇਗਾ, ਰਸ ਨਹੀਂ ਜਾਵੇਗਾ। ਤੇ ਫਿਰ ਬਾਬਾ ਜੀ ਨੂੰ ਪੂਰੀ ਵਿਧੀ ਪੁੱਛ ਲਈਏ, ਬਾਬਾ ਜੀ ਪੂਰੀ ਵਿਧੀ ਕੀ ਹੈ? ਉਹ ਕਹਿੰਦੇ, ਤਨ ਕਰ ਮਟਕੀ, ਮਨ ਮਾਏ ਬਿਲੋਈ। ਆਪਣੇ ਤਨ ਨੂੰ ਮਟਕੀ ਬਣਾ ਲੈ, ਉਹ ਚਾਟੀ ਬਣਾ ਲੈ,
जिस चाटी दे विच दही पिया हुंदा है। मन मान बिलोई, इस चाटी दे विच अपने मन नूं मधानी बना के रिड़क, इस मटकी में शब्द संजोई, इस तन रूपी मटकी दे विच शब्द नूं मिला दे। ते फिर बाबा कबीर साहब कहंदे ने, हर का बिलोवना मन का विचारा, गुर प्रसाद पावै अमृत धारा। जदों तू हरि दे नाम दा इस तरह दा रिड़का पाएगा, पर यह रिड़का मन दी विचार दे नाल हुंदा है, मन दे फुरनिਆਂ दे नाल हुंदा है। इस तरह का रिड़का पाउण दे नाल गुर प्रसाद पावै अमृत धारा, गुरु की कृपा दे नाल अमृत की प्राप्ति हुंदी है। मक्खन नहीं मिलता, संसार के पदार्थों की प्राप्ति नहीं हुंदी। फिर धन गुरु नानक साहब जी के कोलों भी पुछिए, महाराज तुहाडी बाणी नूं गुरु अंगद साहब महाराज ने रिड़किया, उस बाणी दे विचों बड़े तत्त प्राप्त कीते, पर तुहाडे द्वारा दसिया होया मार्ग की है, विधि की है। तो कई बार आपां हुक्म भी सरवण करते हैं, शायद कल ही आया सी, सूई राग का वो शब्द है। तो गुरु नानक साहब महाराज जी रिड़कण की विधि दसदे ने, भांडा धोए बैस धूप देओ, तो दूधै को जाओ। एक जिहड़ा दुधी हुंदा है, दुध वेचण वाला है, उसका जिहड़ा एक वड्डा बर्तन है, जिस बर्तन दे विच जिहड़े डोहणिਆਂ दे विच दुध पाउंदा है, हर रोज़ दुध पाउण दे नाल उस बर्तन दे विचों बदबू आउण लग पैंदी है। ते दुध नूं ठीक रखण दे वास्ते जां तां बर्तनां नूं धुੱਪ लाउणी पैंदी है, जां ते उस नूं खुशबूदार बनाउणा पैंदा है, तां उसदी बदबू दूर हुंदी है। ते बाबा जी कहंदे ने, तू भी तां अपने इस तन नूं भांडा बनाया होया, तू भी अपने तन की गंदगी नूं पहिलां दूर कर। भांडा धोए बैस धूप देवो, फिर अपने शरीर नूं ते मन नूं टिका के शब्द की धूप दे। भांडा धोए बैस धूप देवो, ताओ दूधै को जावो, फिर तू ये दुध लैण दे वास्ते जाई, गुरु दे कोलों ये वस्तु लैण दे वास्ते जाई। दूध करम हुन सुरत समायण, होए निराश जमावो, अपने कर्मां नूं चंगा बनाई, तेरे वास्ते ये दुध है। फुन सुरत समायण, अपनी सुरत नूं जाग बना लई, क्योंकि दुध नूं आपां गर्म करदे हां, गर्म करके फिर उसनूं दरमियाना तत्ता ते ठंडा जिहा रखदे हां, ते उस दुध नूं फिर आपां जाग लाउंदे हां। जाग लाउण दे नाल फिर दही प्राप्त हुंदा है, दही तैयार हो जाता है। बाबा जी कहते ने, अपनी सुरत नूं उस कर्मां दे दुध दे विच टिका देवी, मिला देवी, फिर वो जो दही जमेगा, दही जमण तो बाद फिर अगे एक विधि तैयार हो जाएगी, अगे प्रोसीजर चलेगा। दूध कर्म हुन सुरत समायण, होए निराश जमाओ, जपो तां एको नामा, अवर निराफल कामा। एक परमात्मा के नाम नूं जपना आरंभ कर दे, बाकी सारे कर्म व्यर्थ ने। यह शब्द का सेंट्रल आइडिया है, निचोड़ है, केंद्री भाव है। तो गुरु नानक साहब महाराज अगे फिर तरीका दसते ने, ए मन ईटी हाथ करो, फुन नेत्रो नींद ना आवे। ईटी वो गट्टियां जिहड़ियां नेत्रे दे पासे पासे हुंदियां ने, कोनियां ते लगियां हुंदियां ने, जिन्हां नूं फड़ के आपां खिच के दही नूं रिड़कदे हां। बाबा जी कहते ने, इस मन नूं तूं वो गट्टियां बना, इस मन नूं फड़, ये मन किते होर भजे ना, दौड़े ना। ये मन ईटी हाथ करो, हाथ दे विच कर लै, वस विच कर लै। फुन नेत्रो नींद ना आवे, जे तेनू संसार के पदार्थों के विच गाफलता की नींद ना आवे, तां महाराज जी कहते ने, ए मन ईटी हाथ करो, फुन नेत्रो नींद ना आवे। ये तेरे वास्ते नेत्रा है, वो रस्सी है। दूध कर्म फुन सुरत समायण, हो निराश माओ, जपो तां एको नामा, अवर निराफल कामा। ए मन ईटी हाथ करो, फुन नेत्रो नींद ना आवे, रसना नाम जपो तब मथिए, इन बिद अमृत पावो। रसना दे नाल तू नाम जपना आरंभ कर दे, फिर वो दही अपने आप रिड़किया जाएगा। रसना नाम जपो तब मथिए, इन बिद अमृत पावो।
इस तरीके दे नाल तैनूं अमृत की प्राप्ति होवेगी। इत्थे बाबा जी कहते ने माधाना पर्वत कर नेत्र बाशक शब्द रिड़क्योन 14 रतन निकालियन कर आवा गाउन चिलक्योन। धन गुरु नानक साहब महाराज जी ने भी इस शब्द नूं रिड़क के बेअंत रतन कढ़े ने ते यतन आपां भी करना है, क्योंकि साडा भी ये मनोरथ है, मकसद है कि जीवन को सफल करने के वास्ते आपां वध तो वध शब्द की कमाई करनी आरंभ करिए। गुरु नानक साहब सच्चे पातशाह जी ने यही करामात यही शक्ति संसार में दिखाली है, होर कोई करामात नहीं दिखाली। गुरु अंगद साहब महाराज जी के मन में जित लिया जदों उन्होंने शब्द की कमाई की ते उन्होंने गुरु अंगद साहब महाराज जी की परख करके फिर उन्होंने छत्र का मालिक बनाया ते आसमान तक उन्होंने नामना कर दिता। हजूर रहमत कर दीवान की संपूर्णता है। फिर कल के दीवान अंदर आप इस अमृत बाणी की विचार करने का यत्न करांगे। होइयां बेअंत भुलां दी खिमा गुर फतेह सत्कार करो जी। वाहिगुरू जी का खालसा वाहिगुरू जी की फतेह। राम कर